ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਜਗਜੀਤ ਸਿੰਘ, ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਵੈਂਕੂਵਰ ਕੈਨੇਡਾ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ, ਜਿਹਦੇ ਵਿੱਚ ਸਿੱਖਾਂ ਦੇ ਵੱਖਰੇ ਵੱਖ ਇਸ਼ੂਜ਼ ਤੇ ਮਸਲਿਆਂ ਨੂੰ ਲੈ ਕੇ ਅਸੀਂ ਗੱਲਬਾਤ ਕਈ ਵਿਦਵਾਨਾਂ ਨਾਲ ਕਰਦੇ ਰਹਾਂਗੇ। ਇਹ ਸਾਡਾ ਪਹਿਲਾ ਐਪੀਸੋਡ ਹੈ। ਇਹਦੇ ਵਿੱਚ ਸਾਡੇ ਨਾਲ ਜੁੜ ਰਹੇ ਆ ਭਾਈ ਜਸਬੀਰ ਸਿੰਘ ਜੀ, ਜਿਹੜੇ ਬਹੁਤ ਵਧੀਆ ਤਰੀਕੇ ਨਾਲ ਹਰ ਇਸ਼ੂ ਦੇ ਉੱਤੇ ਸਾਨੂੰ ਸਮਝਾਣਗੇ। ਅੱਜ ਦਾ ਸਾਡਾ ਟੌਪਿਕ ਹੈ ਕਿ ਸਿੱਖ ਕੌਣ ਹਨ। ਭਾਈ ਸਾਹਿਬ ਨੂੰ ਪਹਿਲੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਦੇ ਭਾਈ ਸਾਹਿਬ ਇਸ਼ੂ ਦੇ ਵਿੱਚ ਅਸੀਂ ਇਹ ਦੇਖਣਾ ਪਹਿਲੇ ਕਿ ਸਿੱਖ ਦੀ ਤਾਰੀਫ ਕੀ ਹੈ। ਸਾਡਾ ਇਹ ਬੇਸਿਕ ਇਸ਼ੂ ਹੈ ਕਿ ਰਹਿਤ ਮਰਿਆਦਾ ਦੇ ਮੁਤਾਬਿਕ ਬਿਲਕੁਲ ਡਿਫਾਈਨਡ ਹੈ ਸਿੱਖ ਦੀ ਤਾਰੀਫ ਕੀ ਹੈ। ਇਹਦੇ ਬਾਰੇ ਤੁਸੀਂ ਜਾਣਨਾ ਪਾਓਗੇ। ਅਸੀਂ ਸਿੱਖ ਰਹਿਤ ਮਰਿਆਦਾ ਤੋਂ ਹੀ ਸ਼ੁਰੂ ਕਰਦੇ ਹਾਂ। ਸਿੱਖ ਰਹਿਤ ਮਰਿਆਦਾ ਵਿੱਚ ਸ਼ੁਰੂ ਵਿੱਚ ਹੀ ਜਿਹੜੀ ਸਿੱਖ ਦੀ ਤਾਰੀਫ ਦਿੱਤੀ ਹੋਈ ਆ, ਉਹ ਅੱਗੇ ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਔਰ ਫਿਰ ਉਹਨਾਂ ਬਰੈਕਟ ਵੀ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇਹ ਸਿੱਖ ਰਹਿਤ ਮਰਿਆਦਾ ਵਿੱਚ ਸਿੱਖ ਦੀ ਤਾਰੀਫ ਕੀਤੀ ਹੋਈ ਹੈ, ਸਿੱਖ ਦੀ ਪਰਿਭਾਸ਼ਾ ਦਿੱਤੀ ਹੋਈ ਆ ਕਿ ਅਸੀਂ ਉਹਨੂੰ ਹੀ ਸਿੱਖ ਜਿਹੜਾ ਉਹ ਮੰਨਦੇ ਹਾਂ, ਅਥਵਾ ਉਹੀ ਸਿੱਖ ਅਖਵਾਉਂਦਾ। ਸੋ ਇੱਥੋਂ ਇਹ ਹੈ ਕਿ ਜਿਹੜਾ ਗੁਰੂਆਂ ਦੇ ਵਿੱਚ ਨਿਸ਼ਚੇ ਰੱਖਦਾ, ਗੁਰੂਆਂ ਦੀ ਬਾਣੀ ਜਿਹੜੀ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਉਹਦੇ ਵਿੱਚ ਸਿੱਖਿਆ ਤੇ ਬਾਣੀ ਤੇ ਸਿੱਖਿਆ ਤੇ ਨਿਸ਼ਚੇ ਕਰਦਾ, ਅੰਮ੍ਰਿਤ ਤੇ ਨਿਸ਼ਚੇ ਕਰਦਾ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ ਜੀ। ਹੁਣ ਇਹਦੇ ਵਿੱਚ ਅਸੀਂ ਇਹ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ, ਕਿਉਂਕਿ ਬਾਣੀ ਮੰਨਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ ਸਿੱਖ ਕੌਣ ਹੈ? ਗੁਰੂ ਗ੍ਰੰਥ ਸਾਹਿਬ ਚ ਦੇਖੋ, ਜਿਹੜੀ ਸਿੱਖ ਦੀ ਪਰਿਭਾਸ਼ਾ, ਉਹ ਇੱਕ ਬੜੀ ਵਿਸ਼ਾਲ ਭਾਸ਼ਾ, ਜਿਹਦੇ ਵਿੱਚ ਹਰ ਮਨੁੱਖ, ਭਾਵੇਂ ਉਹ ਕਿਸੇ ਵੀ ਧਰਮ ਦਾ, ਜ਼ਾਤ ਦਾ, ਇਲਾਕੇ ਦਾ, ਇਸਤਰੀ ਆ ਜਾਂ ਪੁਰਸ਼ ਆ, ਉਹ ਸਮੁੱਚੀ, ਇੰਝ ਆਖੀਏ ਕਿ ਸਮੁੱਚੀ ਮਨੁੱਖਤਾ ਨੂੰ ਗਲਵਕੜੀ ਵਿੱਚ ਲੈਂਦੀ ਆ। ਜਦੋਂ ਗੁਰੂ ਸਾਹਿਬਾਨ ਇਹ ਕਹਿੰਦੇ ਆ ਕਿ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਤਾਂ ਇੱਥੇ ਸਿੱਖ ਦੀ ਜਿਹੜੀ ਪਰਿਭਾਸ਼ਾ ਉਹ ਸੀਮਤ ਨਹੀਂ, ਬਲਕਿ ਬੜੇ ਵਿਸ਼ਾਲ ਅਰਥਾਂ ਵਿੱਚ ਆ ਕਿ ਕੋਈ ਵੀ ਪੁਰਸ਼, ਇਸਤਰੀ, ਚਾਹੇ ਉਹ ਕੋਈ ਵੀ ਆ, ਜਿਹੜਾ ਵੀ ਜਿਹੜਾ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਇਹਨੂੰ ਮੰਨਦਾ ਨਹੀਂ, ਬਲਕਿ ਸੱਚਮੁੱਚ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ। ਗੁਰੂ ਸਾਹਿਬਾਨ ਨਿਸ਼ਚੇ ਦੀ ਗੱਲ ਨਹੀਂ ਕਰਦੇ। ਪਹਿਲੀ ਗੱਲ ਇਹ ਨੋਟ ਕਰਨ ਵਾਲੀ ਆ ਕਿ ਜਿੱਥੇ ਸਿੱਖ ਰਹਿਤ ਮਰਿਆਦਾ ਵਿੱਚ ਸ਼ਬਦ ਵਰਤਿਆ ਕਿ ਨਿਸ਼ਚਾ ਰੱਖਦਾ, ਮੰਨਦਾ, ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਪਰਿਭਾਸ਼ਾ, ਉਹ ਕੇਵਲ ਮੰਨਣ ਜਾਂ ਨਿਸ਼ਚਾ ਰੱਖਣ ਤੱਕ ਸੀਮਤ ਨਹੀਂ। ਇਸ ਦਾ ਭਾਵ ਇੰਨਾ ਹੀ ਲਿਆ ਗਿਆ ਕਿ ਜਿਹੜਾ ਸੱਚਮੁੱਚ ਗੁਰੂ ਦੇ ਦੱਸੇ ਹੋਏ ਤੇ ਤੁਰਦਾ, ਚੱਲਦਾ, ਉਹਨੂੰ ਫਾਲੋ ਕਰਦਾ, ਉਹਨੂੰ ਕੇਵਲ ਮੰਨਦਾ ਹੀ ਨਹੀਂ, ਸੀਸ ਹੀ ਨਹੀਂ ਝੁਕਾਉਂਦਾ, ਬਲਕਿ ਸੱਚਮੁੱਚ ਉਹਨੂੰ ਆਪਣੇ ਜੀਵਨ ਵਿੱਚ ਅਪਲਾਈ ਕਰਦਾ। ਜਿਹੜਾ ਵੀ ਮਨੁੱਖ ਇਹ ਉਪਰਾਲਾ ਕਰਦਾ, ਉਹ ਸਿੱਖ ਆ। ਔਰ ਗੁਰੂ ਮਹਾਰਾਜ ਦਾ ਇਹ ਪਾਵਨ ਫਰਮਾਨ ਕਿ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਸੋ ਭਲਕੇ ਉਠਿਆਰ ਨਾਮ ਤੇ ਆਵੈ। ਗੁਰੂ ਰਾਮਦਾਸ ਮਹਾਰਾਜ ਦੱਬੇ ਨੇ ਇਸ ਸ਼ਬਦ ਵਿੱਚ ਸਿੱਖ ਦੀ ਰਹਿਣੀ ਦਾ ਜ਼ਿਕਰ ਕਰਦਿਆਂ ਹੋਇਆਂ ਫਿਰ ਜਦੋਂ ਅਖੀਰ ਵਿੱਚ ਇਹ ਗੱਲ ਆਖੀ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਇੱਥੇ ਗੱਲ ਹੋਰ ਧਿਆਨ ਦੇਣ ਵਾਲੀ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨੂੰ ਸਿੱਖ ਮੰਨਿਆ ਗਿਆ, ਉਹ ਸਿੱਖ ਕੇਵਲ ਸਿੱਖਿਆ ਮੰਨ ਕੇ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ
ਕੇਵਲ ਆਪਣੇ ਤੱਕ ਹੀ ਸੀਮਤ ਰਹਿਣ ਵਾਲੇ ਨੂੰ ਸਿੱਖ ਨਹੀਂ ਆਖਿਆ, ਬਲਕਿ ਆਪ ਜਪੈ ਅਵਰਾ ਨਾਮ ਜਪਾਵੈ ਦਾ ਜੋ ਸੰਕਲਪ ਆ ਉਹ ਦ੍ਰਿੜ ਕਰਵਾਇਆ। ਭਾਵ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਆ ਉਹ ਵਿਅਕਤੀਗਤ ਨਹੀਂ, ਉਹ ਸਮੂਹ ਰੂਪ ਵਿੱਚ ਆ। ਉਹ ਮਨੁੱਖ ਨੇ ਆਪਣੀ ਵੀ ਕਲਿਆਣ ਕਰਨੀ ਆ, ਔਰ ਸਮਾਜ ਵਿੱਚ, ਸੁਸਾਇਟੀ ਵਿੱਚ ਵਿਚਰਦੇ ਹੋਇਆਂ ਉਸਨੇ ਵੱਖੋ ਵੱਖਰੀਆਂ ਜਿਹੜੀਆਂ ਸੇਵਾਵਾਂ ਜੋ ਨਿਭਾ ਸਕਦਾ, ਉਹ ਬਿਨਾਂ ਕਿਸੇ ਵਿਤਕਰੇ ਦੇ ਦੂਜਿਆਂ ਤੱਕ ਵੀ ਉਹਨੇ ਉਹ ਜਿਹੜੀ ਰੋਸ਼ਨੀ ਆ, ਪ੍ਰਕਾਸ਼ ਆ, ਜੋ ਸੂਝ ਆ, ਸਮਝ ਆ, ਜਾਂ ਜੋ ਉਹਦੇ ਕੋਲ ਸਕਿੱਲ ਆ, ਉਹਦੀ ਉਹਨਾਂ ਵਰਤੋਂ ਕਰਦਿਆਂ ਹੋਇਆਂ ਮਨੁੱਖਤਾ ਦੀ ਕਲਿਆਣ ਵਿੱਚ ਆਪਣਾ ਯੋਗਦਾਨ ਪਾਉਣਾ। ਗੁਰੂ ਗ੍ਰੰਥ ਸਾਹਿਬ ਇਸ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਐਸੇ ਮਨੁੱਖ ਨੂੰ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਆ, ਉਹਨੂੰ ਸਿਖਾ ਕੇ ਗਿਆ। ਇਹ ਜਿਹੜਾ ਵੀ ਕੋਈ ਮਨੁੱਖ, ਭਾਵੇਂ ਕੋਈ ਵੀ ਹੈ, ਕੋਈ ਬੰਦਿਸ਼ ਨਹੀਂ, ਜਿਹੜਾ ਵੀ ਮਨੁੱਖ ਇਹ ਉਪਰਾਲਾ ਕਰਦਾ ਉਹ ਮਨੁੱਖ ਸਿੱਖ ਹੀ ਅਖਵਾਉਂਦਾ। ਗੁਰੂ ਸਾਹਿਬ ਨੇ ਉਹਨੂੰ ਸਿੱਖ ਹੀ ਮੰਨਿਆ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ, ਬਲਕਿ ਭਗਤ ਸਾਹਿਬਾਨ ਦੀ ਬਾਣੀ ਵੀ ਆ। ਭੱਟਾਂ ਦੇ ਸਵਈਏ, ਸਤੇ ਬਲਵੰਡ ਜੀ ਦੀ ਵਾਰ, ਸੁੰਦਰ ਜੀ ਦੀ ਸਾਧਾ। ਤੋ ਜਿਹੜਾ ਵੀ ਮਨੁੱਖ ਇਹਨੂੰ ਸਹੀ ਅਰਥਾਂ ਵਿੱਚ ਸਮਝ ਕੇ, ਬੁੱਝ ਕੇ ਇਹਦੇ ਅਨੁਸਾਰ ਤੁਰਦਾ, ਉਹ ਸਿੱਖ ਮੰਨਿਆ ਗਿਆ, ਉਹਨੂੰ ਸਿੱਖ ਆਖਿਆ ਗਿਆ। ਔਰ ਫਿਰ ਨਾਲ ਇਹ ਵੀ ਧਿਆਨ ਰਹੇ ਕਿ ਉਹ ਆਪਣੇ ਤੱਕ ਹੀ ਸੀਮਤ ਨਾ ਰਹੇ, ਬਲਕਿ ਸਮਾਜ ਵਿੱਚ ਵਿਚਰਦਾ ਹੋਇਆ ਸਮਾਜ ਦੀ ਭਲਾਈ ਲਈ, ਕਲਿਆਣ ਲਈ ਆਪਣਾ ਯੋਗਦਾਨ ਵੀ ਪਾਵੇ। ਇਹਨੂੰ ਆਪ ਜਪਿਆ ਅਵਰਾ ਨਾਮ ਜਪਾਵੈ ਰਾਹੀਂ ਦਰਸਾਇਆ ਜੀ। ਠੀਕ ਹੈ, ਬਹੁਤ ਵਧੀਆ ਜੀ। ਸੋ ਹੁਣ ਅਸੀਂ ਦੇਖੀਏ ਕਿ ਵਰਤਮਾਨ ਵਿੱਚ ਜੋ ਅਸੀਂ ਆਲੇ ਦੁਆਲੇ ਅਸੀਂ ਦੇਖਦੇ ਹਾਂ, ਕੀ ਅਸੀਂ ਸਿੱਖ ਜਿਹੜੇ ਹੈਗੇ ਆ, ਕੀ ਇਸ ਪਰਿਭਾਸ਼ਾ ਦੇ ਉੱਤੇ ਪੂਰੇ ਉਤਰਦੇ ਆ? ਦੇਖੋ, ਜਿਹੜੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ 'ਚ ਕੀਤੀ ਹੋਈ ਆ, ਉਹ ਬਹੁਤ, ਕੋਈ ਇਹ ਤੇ ਮੈਂ ਨਹੀਂ ਕਹਿ ਸਕਦਾ ਕਿ ਕੋਈ ਬਿਲਕੁਲ ਹੀ ਨਹੀਂ ਹੋਣੇ, ਬਹੁਤ ਟਾਵੇਂ ਜ਼ਰੂਰ ਐਸੇ ਹੋਣਗੇ, ਪਰ ਜ਼ਰੂਰੀ ਨਹੀਂ ਕਿ ਉਹ ਸਿੱਖ ਧਰਮ ਨੂੰ ਹੀ ਫਾਲੋ ਕਰਦੇ ਹੋਣ। ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਨੂੰ, ਹੋ ਸਕਦਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾ ਪੜ੍ਹਿਆ ਹੋਵੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਬਾਰੇ ਜਾਣਕਾਰੀ ਨਾ ਹੋਵੇ, ਉਹਨਾਂ ਚ ਹੋ ਸਕਦਾ ਕਿਸੇ ਹੋਰ ਵਸੀਲੇ ਤੋਂ ਉਹਨਾਂ ਨੇ ਜਾਣਕਾਰੀ ਹਾਸਲ ਕਰਕੇ ਇਹਨਾਂ ਕਦਰੋ ਕੀਮਤਾਂ ਨੂੰ ਅਪਣਾਇਆ ਹੋਵੇ। ਉਹ ਮਨੁੱਖ ਵੀ ਆਦਰਨੀ ਆ, ਸਤਿਕਾਰਯੋਗ ਆ। ਠੀਕ ਹੈ, ਅਸੀਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖੀ ਦੇ ਘੇਰੇ ਵਿੱਚ ਹੀ ਰੱਖਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਜਿਹੜੀ ਆ ਉਹ ਸਮੁੱਚੀ ਮਨੁੱਖਤਾ ਨੂੰ ਆਪਣੇ ਘੇਰੇ ਵਿੱਚ ਲੈਂਦੀ ਆ। ਜਾਂ ਉਹ ਕਿਸੇ ਵੀ, ਜਿਹੜਾ ਉਹ ਕਿਸੇ ਵੀ ਖਿੱਤੇ ਨਾਲ, ਕਿਸੇ ਵੀ ਧਰਮ ਨਾਲ, ਜ਼ਾਤ ਨਾਲ ਸੰਬੰਧ ਰੱਖਦਾ, ਉਹਨਾਂ ਸਾਰਿਆਂ ਨੂੰ ਗੁਲਵਕੜੀ ਵਿੱਚ ਲੈਂਦੀ ਆ। ਤੋ ਇਸ ਲਈ ਅਸੀਂ ਆ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਜੋ ਦੱਸਿਆ ਗਿਆ, ਜਿਹੜਾ ਵੀ ਕੋਈ ਮਨੁੱਖ ਇਹਨਾਂ ਕਦਰੋ ਕੀਮਤਾਂ ਨੂੰ ਅਪਣਾਉਂਦਾ, ਉਹ ਆਦਰਨੀ ਆ। ਦੂਜੇ ਪਾਸੇ ਸਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਆ, ਜਾਂ ਅਸੀਂ ਜਿਹਨਾਂ ਨੂੰ ਸਿੱਖ ਮੰਨਦੇ ਆ, ਜੇਕਰ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਨਹੀਂ ਮੰਨਦੇ, ਮੈਂ ਸ਼ਬਦ ਅਮਲੀ ਰੂਪ ਵਰਤ ਰਿਹਾ, ਕੇਵਲ ਨਿਸ਼ਚੇ ਦੀ ਗੱਲ ਨਹੀਂ, ਕੇਵਲ ਵਿਸ਼ਵਾਸ ਦੀ ਗੱਲ ਨਹੀਂ। ਜੇਕਰ ਅਸੀਂ ਵਿਸ਼ਵਾਸ ਕਰ ਰਹੇ ਹਾਂ, ਸਾਡਾ ਨਿਸ਼ਚਾ ਵੀ ਬਹੁਤ ਜ਼ਿਆਦਾ, ਪਰ ਅਮਲੀ ਰੂਪ ਵਿੱਚ ਪ੍ਰੈਕਟੀਕਲੀ ਅਸੀਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਨਹੀਂ ਦਿੱਤੀ ਹੋਈ, ਤਾਂ ਅਸੀਂ ਨਿਸ਼ਚਾ ਵਿਸ਼ਵਾਸ ਰੱਖਦੇ ਹੋਏ ਵੀ ਅਸੀਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੋ ਸਕਦੇ। ਹਾਂ, ਅਸੀਂ ਕਿਸੇ ਜਥੇਬੰਦੀ ਦੇ, ਕਿਸੇ ਸੰਪਰਦਾ ਦੇ, ਧੜੇ ਦੇ ਸਿੱਖ ਤਾਂ ਹੋ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਹੀ ਅਰਥਾਂ ਵਿੱਚ ਅਸੀਂ ਨਹੀਂ ਹੋ ਸਕਦੇ, ਕਿਉਂਕਿ ਗੁਰੂ ਨੇ ਆਖਿਆ ਕਿ ਜਿਹੜਾ ਵੀ ਗੁਰੂ ਦੇ ਸਨਮੁਖ ਆ, ਉਹ ਹਮੇਸ਼ਾ ਹੀ ਗੁਰੂ ਦੀ ਸਿੱਖਿਆ ਨੂੰ, ਉਹਨਾਂ ਉਪਦੇਸ਼ਾਂ ਨੂੰ, ਉਸ ਸਚਾਈ ਨੂੰ, ਜੀਵਨ ਜੁਗਤ ਨੂੰ ਹਮੇਸ਼ਾ ਹੀ ਉਹ ਆਪਣੇ ਪੱਲੇ ਬੰਨੀ ਰੱਖਦਾ। ਇਸ ਲਈ ਜਦੋਂ ਅਸੀਂ ਅੱਜ ਆਮ ਜਨਰਲ ਗੱਲ ਕਰਦੇ ਹਾਂ ਸਿੱਖ ਦੀ, ਤਾਂ ਸਿੱਖੀ ਵਿੱਚ ਅਸੀਂ ਆਮ ਤੌਰ ਤੇ ਜਿਹੜੀ ਰਹਿਤ ਮਰਿਆਦਾ ਵਿੱਚ ਜਾਂ ਗੁਰੂ ਕਾਲ ਤੋਂ ਬਾਅਦ ਵੀ ਸਿੱਖ ਦੀ ਜਿਹੜੀ ਪਰਿਭਾਸ਼ਾ ਜਿਹੜੀ ਆ, ਉਹ ਖਾਲਸੇ ਪੰਥ ਨੇ ਕਾਇਮ ਕੀਤੀ ਆ, ਮੁਕਰਰ ਕੀਤੀ ਆ, ਅਸੀਂ ਆਮ ਤੌਰ ਤੇ ਉਹਦੀ ਚਰਚਾ ਕਰਦੇ ਹਾਂ। ਇਸ ਲਈ ਅਸੀਂ ਆਮ ਤੌਰ ਤੇ ਇਹਨਾਂ ਗੱਲਾਂ ਨੂੰ ਧਿਆਨ ਵੀ ਰੱਖਦੇ ਹਾਂ। ਤੋ ਸਾਡਾ ਜਿਹੜਾ ਆਧਾਰ ਆ, ਉਹ ਗੁਰੂ ਗ੍ਰੰਥ ਸਾਹਿਬ ਦੀ ਥਾਂ ਵਧੇਰੇ ਕਰਕੇ ਅਸੀਂ ਜਿਹੜੇ ਰਹਿਤਨਾਮੇ ਆ, ਅਸੀਂ ਉਹਨਾਂ ਨੂੰ ਆਧਾਰ ਬਣਾਇਆ ਹੋਇਆ।
ਰਹਿਤਨਾਮਿਆਂ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਆ, ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਆ ਜਿਹੜੇ ਕਿ ਗੁਰਬਾਣੀ ਦੇ ਆਸ਼ੇ ਤੋਂ ਬਿਲਕੁਲ ਉਲਟਾ। ਪਰ ਫਿਰ ਵੀ ਰਹਿਤਨਾਮੇ ਸਾਨੂੰ ਚੰਗੀਆਂ ਗੱਲਾਂ ਵੀ ਮਿਲਦੀਆਂ ਜਿਹੜੇ ਕਿ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਆ। ਪਰ ਬਦਕਿਸਮਤੀ ਸਾਡੀ ਇਹ ਆ ਕਿ ਅਸੀਂ ਉਹ ਜਿਹੜੀਆਂ ਚੰਗੀਆਂ ਗੱਲਾਂ ਵੀ ਆ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ। ਹਾਂਜੀ, ਸਿੱਖੀ ਦਾ ਜਿਹੜਾ ਆਧਾਰ ਆ, ਜਿਹੜੀਆਂ ਕੋਈ ਗੱਲਾਂ ਉਹਨਾਂ ਵਿੱਚ ਕੀਤੀਆਂ ਵੀ ਹੋਈਆਂ, ਅਸੀਂ ਉਹਨਾਂ ਦੀ ਬਜਾਏ ਕੇਵਲ ਜਿਹੜਾ ਬਾਹਰਲਾ ਪਾਖਾ, ਤਨ ਦੀ ਰਹਿਤ ਵਾਲਾ ਪਾਖਾ, ਅਸੀਂ ਕੇਵਲ ਉਹਦੇ ਉੱਤੇ ਹੀ ਜ਼ਿਆਦਾ ਜ਼ੋਰ ਦਿੰਦੇ ਆ ਅਤੇ ਸਮਝਦੇ ਆ ਕਿ ਜਿਹਦੇ ਕੋਲ ਤਨ ਦੀ ਰਹਿਤ ਨਹੀਂ ਉਹ ਸਿੱਖ ਨਹੀਂ। ਜਦ ਕਿ ਗੁਰੂ ਨੇ ਆਖਿਆ ਕਿ ਜਿਹਦੇ ਕੋਲ ਮਨ ਦੀ ਰਹਿਤ ਨਹੀਂ ਉਹ ਸਿੱਖ ਨਹੀਂ। ਤਨ ਦੀ ਰਹਿਤ ਦੀ ਪੰਥ ਦੇ ਵਿੱਚ ਆਪਣੀ ਇੱਕ ਮਹੱਤਤਾ, ਜ਼ਰੂਰਤ ਆ, ਉਹਦੀ ਲੋੜ ਆ। ਹਾਂਜੀ, ਪਰ ਜੇਕਰ ਮਨ ਦੀ ਰਹਿਤ ਤੂੰ ਸਿੱਖ ਸਕਣਾ ਤਾਂ ਕੇਵਲ ਤਨ ਦੀ ਰਹਿਤ ਜਿਹੜੀ ਆ ਜਾਂ ਲਿਬਾਸ ਆ, ਉਹਦੀ ਜਿਹੜੀ ਸ਼ਮੂਲਤ ਆ ਉਹ ਭੇਖ ਵਿੱਚ ਆਉਂਦੀ ਆ, ਉਹ ਸਿੱਖੀ ਦੀਆਂ ਕਦਰੋ ਕੀਮਤਾਂ ਵਿੱਚ ਨਹੀਂ। ਇਸ ਲਈ ਇਹ ਗੱਲਾਂ ਵੀ ਜਿਹੜੀਆਂ ਸਾਨੂੰ ਧਿਆਨ ਵੀ ਰੱਖਣ ਦੀ ਲੋੜ ਆ ਕਿ ਸਾਡੇ ਵਿੱਚ ਅੱਜ ਜਿਹੜੀ ਆ ਉਹ ਇਹ ਸਮੱਸਿਆ ਆ ਰਹੀ ਆ ਕਿ ਅਸੀਂ ਕੇਵਲ ਜਿਹੜੀ ਬਾਹਰਲੀ ਦੇਖਾ ਜਾਂ ਸਰੂਪ ਆ, ਕੇਵਲ ਅਸੀਂ ਇਹਨੂੰ ਹੀ ਸਿੱਖ ਮੰਨ ਕੇ ਤੁਰ ਰਹੇ ਹਾਂ। ਮੈਂ ਸ਼ਬਦ ਫਿਰ ਰਿਪੀਟ ਕਰ ਰਿਹਾ ਇਸ ਲਈ ਕਿ ਕੋਈ ਮੇਰੇ ਸ਼ਬਦਾਂ ਨੂੰ ਤਰੋੜ ਮੋੜ ਕੇ ਗਲਤ ਨਾ ਲੈ ਲਵੇ, ਪੇਸ਼ ਨਾ ਕਰੇ ਕਿ ਸਾਡੇ ਵਿੱਚ ਤਨ ਦੀ ਰਹਿਤ ਦੀ ਆਪਣੀ ਇੱਕ ਜ਼ਰੂਰਤ ਆ, ਲੋੜ ਆ, ਉਹਦੀ ਮਹੱਤਤਾ। ਪਰ ਇਹ ਤਨ ਦੀ ਰਹਿਤ ਸਾਡੇ ਮਨ ਦੀ ਰਹਿਤ ਦਾ ਜੇਕਰ ਪ੍ਰਤੀਕ ਨਹੀਂ ਬਣੀ, ਉਹਦਾ ਲਖਾਇਕ ਨਹੀਂ, ਤਾਂ ਫਿਰ ਇਹ ਤਨ ਦੀ ਰਹਿਤ ਭੇਖ ਵਿੱਚ ਹੀ ਆਉਂਦੀ ਆ। ਇਹ ਕਾਰਨ ਅਸੀਂ ਦੇਖਦੇ ਹਾਂ ਕਿ ਜਿਹੜੇ ਖਾਲਸੇ ਪੰਥ ਦੀਆਂ ਦੁਸ਼ਮਣ ਤਾਕਤਾਂ, RRS ਵਰਗੀਆਂ, ਉਹਨਾਂ ਨੇ ਬੜੇ ਸੋਹਣੇ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਆ, ਉਹਨਾਂ ਨੇ ਪਰ ਉਹਨਾਂ ਦਾ ਜਿਹੜਾ ਕਿਰਦਾਰ ਆ, ਉਹਦੇ ਸਿੱਖੀ ਜਿਹੜੀ ਉਹਦੀ ਮਹਿਕ ਨਹੀਂ, ਬਲਕਿ ਉਸੇ ਹੀ ਖਾਰੇ ਸਮੁੰਦਰ ਵਿੱਚ ਡੋਬਣ ਦਾ ਯਤਨ ਆ, ਜਿਹਦੇ ਵਿੱਚੋਂ ਗੁਰੂ ਸਾਹਿਬਾਨ ਨੇ ਉਪਰਾਲਾ ਕਰਕੇ ਬਾਹਰ ਕੱਢਿਆ ਹੋਇਆ। ਇਸ ਲਈ ਸਾਨੂੰ ਅੱਜ ਲੋੜ ਆ ਕਿ ਅਸੀਂ ਸਿੱਖੀ ਦੀ ਜੀ ਪਰਿਭਾਸ਼ਾ ਦੀ ਨੀਂਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ, ਉਹਨੂੰ ਉਜਾਗਰ ਕਰੀਏ। ਉਹ ਜਿਸ ਸਿੱਖ ਨੇ ਸੱਚਮੁੱਚ ਗੁਰਬਾਣੀ ਨੂੰ ਸਮਝ ਲਿਆ, ਉਹ ਤਨ ਦੀ ਰਹਿਤ ਨੂੰ ਵੀ ਧਾਰਨ ਕਰ ਹੀ ਲਵੇਗਾ। ਪਰ ਸਾਨੂੰ ਜਿਹੜਾ ਜ਼ੋਰ ਆ ਇਸ ਵੇਲੇ, ਉਹ ਤਨ ਦੀ ਰਹਿਤ ਦੀ ਬਜਾਏ ਮਨ ਦੀ ਰਹਿਤ ਉਤੇ, ਭਾਵ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਜੀਵਨ ਜੁਗਤ ਸਾਨੂੰ ਦਰਸਾਈ ਆ, ਉਸ ਜੀਵਨ ਜੁਗਤ ਉਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਆ। ਇਸ ਲਈ ਤੁਹਾਡਾ ਸਵਾਲ ਸੀ ਕਿ ਕੀ ਐਸਾ ਅੱਜ ਸਾਨੂੰ ਦੇਖਣ ਨੂੰ ਮਿਲਦਾ, ਤਾਂ ਮੇਰਾ ਜਵਾਬ, ਜੋ ਮੇਰੀ ਸਮਝ ਆ ਜਾਂ ਜੋ ਮੈਂ ਦੇਖਿਆ, ਮਹਿਸੂਸ ਕੀਤਾ, ਮੈਂ ਆਪਣੇ ਆਪ ਨੂੰ ਉਹਦੇ ਵਿੱਚ ਰੱਖ ਰਹੇ ਹਾਂ ਕਿ ਐਸੇ ਬਹੁਤ ਵਿਰਲੇ ਟਾਵੇਂ ਸਿੱਖ ਆ ਕਿ ਜਿਨ੍ਹਾਂ ਨੂੰ ਅਸੀਂ ਆਖ ਸਕਦੇ ਹਾਂ ਕਿ ਸੱਚਮੁੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਪ੍ਰੈਕਟੀਕਲੀ ਮੰਨਿਆ ਹੋਇਆ। ਨਾ ਤਾਂ ਜ਼ਿਆਦਾਤਰ ਜਿਨ੍ਹਾਂ ਕੋਲ ਤਨ ਦੀ ਰਹਿਤ ਵੀ ਆ, ਪਰ ਮਨ ਦੀ ਰਹਿਤ ਤੋਂ ਜਿਹੜੀ ਆ ਕੁਝ ਅੰਸ਼ ਉਹਨਾਂ ਵਿੱਚ ਜ਼ਰੂਰ ਮਿਲਦੇ ਆ, ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਵਿੱਚ ਨਹੀਂ, ਬਲਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਸਿੱਖੀ ਵਿੱਚ ਵਿਸ਼ਵਾਸ ਰੱਖਦੇ ਆ। ਇਹ ਕਾਰਨ ਆ ਖੰਡੇ ਦੀ ਪੋਲ ਦੀ ਗੱਲ ਕਰ ਰਹੀ ਹੈ, ਸਾਡੇ ਵਿੱਚ ਇੰਨੀਆਂ ਵੱਡੀਆਂ ਪਈਆਂ ਕਿ ਅਸੀਂ ਖੰਡੇ ਦੀ ਪੋਲ ਨੂੰ ਵੰਡ ਲਿਆ ਹੋਇਆ। ਅੱਜ ਸਿੱਖੀ ਦੀ ਜਿਹੜੀ ਪਰਿਭਾਸ਼ਾ, ਉਹ ਹਰ ਜਿਹੜੀ ਜਥੇਬੰਦੀ ਆ, ਸੰਪਰਦਾ, ਉਹ ਆਪਣੇ ਢੰਗ ਨਾਲ ਕਰ ਰਹੀ ਆ ਅਤੇ ਉਹਨੂੰ ਹੀ ਸਿੱਖ ਮੰਨ ਰਹੀ ਆ, ਜਿਹੜੀ ਕਿ ਉਹਨਾਂ ਦੀ ਜਥੇਬੰਦੀ, ਉਹਨਾਂ ਦੀ ਸੰਪਰਦਾ, ਉਹਨਾਂ ਦਾ ਡੇਰਾ, ਉਹਨਾਂ ਦੇ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧ ਰੱਖਦੀ ਹੈ, ਜੁੜਦੀ ਆ। ਤੋ ਇਸ ਲਈ ਅਸੀਂ ਗੁਰੂ ਦੇ ਸਿੱਖ ਜਿਹੜੇ ਆ, ਉਹ ਐਸਾ ਨਹੀਂ ਕਿ ਬੀਜ ਨਾਸ਼ ਆ, ਬਹੁਤ ਘੱਟ ਆ, ਪਰ ਹੈ ਜ਼ਰੂਰ। ਪਰ ਜਿਹੜੀ ਬਹੁਤਾਤ ਆ, ਉਹ ਸਾਡੇ ਤੁਹਾਡੇ ਵਰਗੇ ਸਿੱਖਾਂ ਦੀ ਜਿਹੜੇ ਦਿਖਾਵੇ ਦੇ ਸਿੱਖ ਅਸੀਂ ਆ ਸਕਦੇ ਹਾਂ, ਪਰ ਸਿੱਖੀ ਦੀ ਕੀਮਤਾਂ ਬਹੁਤ ਦੂਰ ਆ ਜੀ। ਸੋ ਇਹਦੇ ਵਿੱਚ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਰੇਜ਼ ਕੀਤਾ ਕਿ ਬਈ ਇਹ ਜਿਹੜੀ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ ਮੰਨਣ ਤੇ ਹੈ। ਸੋ ਇੱਥੋਂ ਇੱਕ ਜਸਟ ਮੇਰੇ ਮਜ਼ਾਨ ਵਿੱਚ ਇੱਕ ਸਵਾਲ ਆਉਂਦਾ ਹੈ, ਕੀ ਸਿੱਖੀ ਬਾਏ ਬਰਥ, ਜਦੋਂ ਅਸੀਂ ਕਹਿ ਦਿੰਦੇ ਹਾਂ ਸਿੱਖ ਦੇ ਘਰ ਇੱਕ ਸਿੱਖ ਜਨਮ ਲੈਂਦਾ, ਜਦੋਂ ਬੱਚਾ ਹੁੰਦਾ ਉਹਨੂੰ ਅਜੇ ਉਹਨੇ ਗੁਰੂ ਗ੍ਰੰਥ ਸਾਹਿਬ ਸੁਣਿਆ ਨਹੀਂ, ਪੜ੍ਹਿਆ ਨਹੀਂ, ਜਾਂ ਉਹਨੂੰ ਉਸ ਤੇ ਪੂਰਾ ਅਮਲ ਨਹੀਂ ਕਰਨ ਜੋਗਾ, ਪਰ ਫਿਰ ਵੀ ਅਸੀਂ ਉਹਨੂੰ ਸਿੱਖ ਕਹਿੰਦੇ ਹਾਂ ਜੀ। ਉਹ ਸਿੱਖੀ ਬਾਏ ਬਰਥ ਜਿਹੜੀ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਦੇਖੋ, ਇਹ ਸਾਡੀ ਸਮੱਸਿਆ ਹੀ ਨਹੀਂ, ਬਲਕਿ ਜਿੰਨੇ ਵੀ ਧਰਮਾਂ ਸਾਰਿਆਂ ਦੀ ਸਮੱਸਿਆ ਕਿ ਜਦੋਂ ਉਹ ਸ਼ੁਰੂ ਹੁੰਦੇ ਆ
ਤੋਂ ਬਾਈ ਬਰਥ ਨਹੀਂ ਮੰਨੇ ਜਾਂਦੇ। तो ਅਸੀਂ ਇਹ ਦੂਜਿਆਂ ਦੀ ਗੱਲ ਨਾ ਕਰੀਏ, ਆਪਣੇ ਤੱਕ ਰੱਖੀਏ ਕਿ ਸਾਡੇ ਵਿੱਚ ਵੀ, ਸਿੱਖੀ ਵਿੱਚ ਵੀ, ਸਿੱਖ ਜਗਤ ਵਿੱਚ ਵੀ ਸਿੱਖੀ ਬਾਈ ਬਰਥ ਨਹੀਂ ਸੀ, ਬਲਕਿ ਜਿਨ੍ਹਾਂ ਨੇ ਸਿੱਖੀ ਨੂੰ ਸਮਝਿਆ ਉਹ ਸਿੱਖ ਬਣਦੇ ਸੀ, ਉਹ ਸਿੱਖ ਅਖਵਾਉਂਦੇ ਸੀ। ਹਾਂ, ਇਹ ਫਿਰ ਸੁਭਾਵਕ ਆ, ਲੋੜ ਬਣ ਜਾਂਦੀ ਆ, ਸਮਾਜਿਕ, ਰਾਜਨੀਤਿਕ, ਭਾਈਚਾਰਕ, ਇਹ ਸਾਡੀ ਫਿਰ ਜ਼ਰੂਰਤ ਬਣ ਜਾਂਦੀ ਆ ਕਿ ਅਸੀਂ ਫਿਰ, ਜੇ ਸਾਡੇ ਘਰ ਸਿੱਖ, ਮੰਨ ਲਓ ਮੈਂ ਸਿੱਖ ਆ, ਮੇਰੇ ਘਰ ਜਿਹੜੇ ਬੱਚੇ ਜਨਮੇ ਉਹ ਸਿੱਖ ਵੀ ਅਖਵਾਉਣ ਲੱਗ ਪੈਂਦੇ ਆ, ਅਸੀਂ ਉਹਨਾਂ ਨੂੰ ਸਿੱਖ ਹੀ ਮੰਨਦੇ ਆ। ਪਰ ਜਿਹੜਾ ਗੁਰੂ ਦੀਆਂ ਨਜ਼ਰਾਂ ਵਿੱਚ, ਅਸੀਂ ਜੇ ਗੁਰੂ ਦੀ ਨਜ਼ਰ ਦੀ ਗੱਲ ਕਰੀਏ ਤਾਂ ਗੁਰੂ ਦੀ ਨਜ਼ਰ ਵਿੱਚ ਸਿੱਖ ਉਹੀ ਆ ਕਿ ਜਿਨ੍ਹਾਂ ਸਿੱਖੀ ਨੂੰ ਸਮਝਿਆ। ਇਹ ਨਹੀਂ ਕਿ ਸਿੱਖ ਦੇ ਘਰ ਜਨਮ ਵਾਲੇ ਨੂੰ ਗੁਰੂ ਸਿੱਖ ਨਹੀਂ ਮੰਨਦਾ, ਸਿੱਖ ਉਹਨੂੰ ਹੀ ਮੰਨਦਾ ਕਿ ਜਿਹਨੇ ਸਿੱਖੀ ਨੂੰ ਸਮਝਿਆ ਹੋਇਆ। ਇਸ ਲਈ ਰਹਿਤ ਮਰਿਆਦਾ ਚ ਬਹੁਤ ਸਾਰੀਆਂ ਜਿਹੜੀਆਂ ਖਾਮੀਆਂ ਸਾਨੂੰ ਦੇਖਣ ਨੂੰ ਮਿਲਦੀਆਂ, ਪਰ ਕੁਝ ਗੱਲਾਂ ਜਿਹੜੀਆਂ ਸਾਨੂੰ ਅਜੇ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਸੁਗੰਧੀ ਉਹਨਾਂ ਚੋਂ ਆਉਂਦੀ ਆ। ਅੱਜ ਵੀ ਜਦੋਂ ਖੰਡੇ ਦੀ ਪੋਲ ਦਿੱਤੀ ਜਾਂਦੀ ਆ ਤਾਂ ਭਾਵੇਂ ਉਹ ਰਸਮੀ ਤੌਰ ਤੇ ਹੀ ਪੁੱਛਦੇ ਆ ਕਿ ਖੰਡੇ ਦੀ ਪੋਲ ਲੈਣ ਵਾਲਾ ਜਿਹੜਾ, ਕੀ ਉਹ ਕਿਸੇ ਦੇ ਦਬਾਅ ਵਿੱਚ ਹੇਠਾਂ ਆ ਕੇ ਖੰਡੇ ਦੀ ਪੋਲ ਲੈਣ ਲੱਗਾ, ਕਿਸੇ ਨੇ ਉਹਨੂੰ ਪ੍ਰੇਰਿਆ, ਜਾਂ ਉਹ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਵਿਚਾਰ ਕੇ ਖੰਡੇ ਦੀ ਪੋਲ ਲੈਣ ਲਈ ਆਇਆ। ਰਸਮੀ ਤੌਰ ਤੇ ਅੱਜ ਵੀ ਇਹ ਪੁੱਛਿਆ ਜਾਂਦਾ। ਸਾਡੀ ਇਹ ਬਹੁਤ ਵੱਡੀ ਚੰਗੀ ਪਰੰਪਰਾ ਸੀ ਕਿ ਕਿਸੇ ਲਾਲਚ ਵਸ ਜਾਂ ਕਿਸੇ ਦੇ ਕਹਿਣ ਤੇ, ਕਿਸੇ ਦੇ ਮਜਬੂਰ ਕਰਨ ਦੇ ਜਾਂ ਦੇਖਾ ਦੇਖੀ ਉਹ ਖੰਡੇ ਦੀ ਪੋਲ ਨਾ ਲਵੇ, ਬਲਕਿ ਜਦੋਂ ਉਸਨੇ ਆਪ ਸਮਝੇ ਕਿ ਹਾਂ ਖੰਡੇ ਦੀ ਪੋਲ ਦੀ ਆ ਮਹੱਤਤਾ, ਉਹਨੂੰ ਸਮਝ ਕੇ ਉਹ ਅਪਣਾਉਂਦਾ, ਉਹਨੂੰ ਖੰਡੇ ਦੀ ਪੋਲ ਦਿੰਦੇ ਸੀ। ਪਰ ਸਾਡੇ ਵਿੱਚ ਇਸ ਪੱਖੋਂ ਨਗਾਰੇ ਆ ਗਏ ਆ ਕਿ ਅੱਜ ਅਸੀਂ ਲਾਲਚ ਤੇ ਡਰਾਵਾ ਦੇ ਕੇ, ਅੱਗੇ ਪਰਲੋਕ ਦਾ ਡਰਾਵਾ ਦੇ ਕੇ ਜਾਂ ਲਾਲਚ ਦੇ ਕੇ ਆਪਣਾ ਗਿਣਾਤਮਕ ਪੱਖ ਵਧਾਉਣ ਲਈ ਅਸੀਂ ਜਿਹੜਾ ਉਹ ਇਸ ਵਿੱਚ ਵਿਸ਼ਵਾਸ ਰੱਖ ਕੇ ਅਸੀਂ ਖੰਡੇ ਦੀ ਪੋਲ ਜ਼ਿਆਦਾਤਰ ਛਕਾਉਣ ਲੱਗ ਪਏ ਹਾਂ। ਇਸ ਲਈ ਬਾਈ ਬਰਥ ਜਿਹੜਾ ਉਹ ਅਸੀਂ ਤਾਂ ਮੰਨ ਰਹੇ ਹਾਂ, ਪਰ ਸਾਡੇ ਚੋਂ ਮੰਨਣ ਵਿੱਚ ਪਿੱਛੇ ਜਿਹੜਾ ਤੁਹਾਨੂੰ ਦੱਸਿਆ ਜਿਵੇਂ ਕਿ ਸਾਡੇ ਵਿੱਚ ਉਹਦੇ ਦੁਨਿਆਵੀ ਕਾਰਨ ਆ, ਪਰ ਗੁਰੂ ਦੀ ਨਜ਼ਰਾਂ ਵਿੱਚ ਬਾਈ ਬਰਥ ਕੋਈ ਸਿੱਖ ਨਹੀਂ ਹੁੰਦਾ। ਸਿੱਖ ਜਿਹੜਾ ਉਹ ਸਿੱਖੀ ਸਿੱਖਿਆ ਗੁਰ ਵਿਚਾਰ, ਜਾਂ ਜਿਵੇਂ ਭਾਈ ਗੁਰਦਾਸ ਜੀ ਨੇ ਸਿੱਖ ਦੀ ਜਦੋਂ ਪਰਿਭਾਸ਼ਾ ਕੀਤੀ ਤਾਂ ਉਹ ਕਹਿੰਦੇ ਆ, ਗੁਰ ਸਿੱਖ ਲੈ ਗੁਰ ਸਿੱਖ ਸਦਾਇਆ, ਕਿ ਸਿੱਖ ਕਿਹਨੂੰ ਆਖਿਆ ਗਿਆ ਕਿ ਜਿਹਨੇ ਗੁਰੂ ਦੀ ਸਿੱਖਿਆ ਨੂੰ ਸਿੱਖ ਕੇ ਸਮਝ ਕੇ ਉਹਨੂੰ ਅਪਣਾ ਲਿਆ, ਉਹ ਗੁਰੂ ਦਾ ਸਿੱਖ ਅਖਵਾਇਆ। ਤੋਂ ਪਰਿਭਾਸ਼ਾ ਅੱਜ ਵੀ ਉਹੀ ਆ, ਗੁਰੂ ਦੀਆਂ ਨਜ਼ਰਾਂ ਵਿੱਚ ਅੱਜ ਵੀ ਉਹੀ ਸਿੱਖ ਆ। ਪਰ ਅਸੀਂ ਗੁਰੂ ਜਿਹੜਾ ਇੱਕ ਪਾਸੇ ਆ, ਅਸੀਂ ਦੇਖਦੇ ਸਾਡੀ ਨਜ਼ਰਾਂ ਵਿੱਚ ਕੌਣ ਸਿੱਖ ਆ, ਜਿਹੜਾ ਮਹੱਤਵਪੂਰਨ ਸਾਡੇ ਲਈ ਬਣ ਗਿਆ ਆ, ਉਹ ਅਸੀਂ ਕਿਹਨੂੰ ਸਿੱਖ ਮੰਨਦੇ ਆ। ਇਹ ਕਾਰਨ ਕਿ ਅਸੀਂ ਦੇਖਦੇ ਆ ਕਿ ਮੈਂ ਤੁਹਾਨੂੰ ਸਿੱਖ ਨਹੀਂ ਮੰਨਦਾ, ਤੁਸੀਂ ਮੈਨੂੰ ਸਿੱਖ ਨਹੀਂ ਮੰਨਦੇ, ਮੇਰੀ ਆਪਣੀ ਪਰਿਭਾਸ਼ਾ, ਤੁਹਾਡੀ ਆਪਣੀ ਪਰਿਭਾਸ਼ਾ, ਇਹ ਸਾਡੀਆਂ ਆਪਣੀਆਂ ਜਿਹੜੀਆਂ, ਜੇ ਸਾਡੀ ਆਪਣੀ ਸੋਚ ਜਿਹੜੀ ਆ ਉਹ ਇੱਥੇ ਭਾਰੂ ਹੋਈ ਆ ਕਿ ਅਸੀਂ ਨਿਰਣਾ ਕਰਦੇ ਆ, ਅਸੀਂ ਗੁਰੂ ਨੂੰ ਇੱਕ ਪਾਸੇ ਛੱਡ ਦਿੱਤਾ ਹੋਇਆ, ਅਸੀਂ ਨਿਰਣਾ ਕਰਦੇ ਆ ਕਿ ਹਾਂ ਕਿਹਨੂੰ ਸਿੱਖ ਸਮਝਿਆ ਜਾਏ। ਅਕਾਲੀ ਕਾਂਗਰਸੀਆਂ ਨੂੰ ਸਿੱਖ ਨਹੀਂ ਸਮਝਦੇ, ਕਾਂਗਰਸੀ ਜਿਹੜੇ ਆ ਉਹ ਅਕਾਲੀਆਂ ਨੂੰ ਸਿੱਖ ਨਹੀਂ ਸਮਝਦੇ। ਇਸੇ ਤਰ੍ਹਾਂ ਡੇਰੇਦਾਰ ਜਿਹੜੇ ਆ ਆਪਣੇ ਆਪਣੇ ਡੇਰੇ ਨੂੰ, ਉਹਨਾਂ ਦੀ ਸਿੱਖੀ ਜਿਹੜੀ ਆ ਉੱਥੋਂ ਤੱਕ ਸੀਮਤ ਆ, ਉਹਨੂੰ ਅਸਲੀ ਸਿੱਖ ਸਮਝਦੇ ਆ। ਔਰ ਕਈ ਸਾਡੇ ਵਿੱਚ ਐਸੇ ਜਥੇਬੰਦੀਆਂ ਵੀ ਆ ਕਿ ਉਹ ਭਾਵੇਂ ਦੂਜੇ ਨੇ ਖੰਡੇ ਦੀ ਪੌਲ ਵੀ ਲਈ ਹੋਈ ਆ, ਪਰ ਜੇ ਉਹਨਾਂ ਦੀ ਜਥੇਬੰਦੀ ਦੀ ਖੰਡੇ ਦੀ ਪੌਲ ਨਹੀਂ ਲਈ ਤਾਂ ਉਹਨੂੰ ਸਿੱਖ ਹੀ ਨਹੀਂ ਮੰਨਣ ਨੂੰ ਤਿਆਰ। ਇਸ ਲਈ ਗੁਰੂ ਨੇ ਇਹਨਾਂ ਨੂੰ ਆਧਾਰ ਨਹੀਂ ਬਣਾਇਆ। ਗੁਰੂ ਦੀਆਂ ਨਜ਼ਰਾਂ ਵਿੱਚ ਸਿੱਖ ਕੌਣ ਆ ਜਾਂ ਜਾ ਕੇ ਸੱਚਾ ਸਿੱਖ ਕੌਣ ਆ, ਉਹਦਾ ਆਧਾਰ ਇਹ ਨਹੀਂ। ਗੁਰੂ ਦਾ ਆਧਾਰ ਇੱਕੋ ਆ, ਕਸਵੱਟੀ ਇੱਕੋ ਆ ਕਿ ਉਹਨੇ ਗੁਰੂ ਦੀ ਸਿੱਖਿਆ ਨੂੰ, ਕਦਰੋ ਕੀਮਤਾਂ ਨੂੰ ਸਮਝ ਕੇ ਕਿੰਨਾ ਕੁ ਅਪਣਾਇਆ। ਇਸ ਲਈ ਬਾਈ ਬਰਥ ਨਹੀਂ ਇਸ ਲਈ ਆਖਿਆ ਆ ਖੰਡੇ ਦੀ ਮੋਲ ਜਿਹੜੀ ਆ ਘੱਟੋ ਘੱਟ ਉਹ ਸਮਝਦਾ ਹੋਵੇ। ਛੋਟੇ ਬੱਚੇ ਨੂੰ ਇਸ ਲਈ ਸਿਖਾਉਣ ਦੀ ਇਜਾਜ਼ਤ ਸਾਡੀ ਪਰੰਪਰਾ ਨਹੀਂ ਸੀ, ਭਾਵੇਂ ਅਸੀਂ ਅੱਜ ਵੀ ਇਹਨੂੰ ਵੀ ਅਸੀਂ ਨਜ਼ਰ ਅੰਦਾਜ਼ ਕਰ ਦਿੱਤਾ, ਪਰ ਸਾਡੇ ਵਿੱਚ ਇਸ ਲਈ ਜਿੰਨਾ ਚਿਰ ਉਹਨੂੰ ਖੰਡੇ ਦੀ ਪੋਲ ਨਾ ਦਿੱਤੀ ਜਾਏ, ਜਿੰਨਾ ਚਿਰ ਉਹ ਸਮਝਣ ਯੋਗ ਨਹੀਂ ਹੋਇਆ। ਔਰ ਇਹਦੇ ਨਤੀਜੇ ਨਿਕਲ ਰਹੇ ਆ ਕਿ ਕਈ ਵਾਰ ਖੰਡੇ ਦੀ ਪੋਲ ਲੈਣ ਵਾਲੇ ਐਸੇ ਕਦਮ ਪੁੱਟ ਲੈਂਦੇ ਆ ਜਿਹੜੀ ਕਿ ਸਾਰੀ ਕੌਮ ਜਿਹੜੀ ਉਹ ਸ਼ਰਮਸ਼ਾਰ ਹੋਣ ਲਈ ਮਜਬੂਰ ਹੋ ਜਾਂਦੀ ਆ। ਠੀਕ ਆ। ਨਾਲੇ ਇਸ ਤੋਂ ਸਾਨੂੰ ਐਗਜ਼ਾਮਪਲਾਂ ਮਿਲਦੀਆਂ ਕਿ ਗੁਰੂ ਕਾਲ ਵੇਲੇ ਵੀ ਜਿਹੜੇ ਗੁਰੂ ਦੇ ਈਵਨ ਜਿਹੜੇ ਸਾਹਿਬਜ਼ਾਦੇ ਜਾਂ ਜਿਨ੍ਹਾਂ ਨੂੰ ਵੀ ਅਸੀਂ ਪੁੱਤਰ ਕਹੀਏ, ਸੁਪੁੱਤਰ ਜੋ ਵੀ ਸੀ, ਉਹਨਾਂ ਨੂੰ ਜ਼ਰੂਰੀ ਨਹੀਂ ਕਿ ਉਹ ਸਿੱਖ ਬਣੇ। ਜੀ ਬਿਲਕੁਲ।
ਉਸ ਵੇਲੇ ਬਿਲਕੁਲ ਇਸ ਚੀਜ਼ ਤੇ ਪੂਰਾ ਪਹਿਰਾ ਦਿੱਤਾ ਜਾਂਦਾ ਸੀ ਕਿ ਮੰਨਣ ਤੇ ਮੇਰੇ ਮੰਨਣ ਖਿਆਲ ਕਿਸੇ ਦੀ ਗੱਲ ਹੀ ਮੰਨਣ ਤੇ ਖੜੀ ਸੀ, ਮੰਨਣ ਤੇ ਖੜੀ ਸੀ ਉਦੋਂ। ਤਾਂ ਹੀ ਨਹੀਂ ਉਸ ਪਰ ਵੇਲੇ ਸਾਨੂੰ ਹਿਸਟਰੀ ਵਿੱਚ ਜੋ ਵੀ ਮਿਲਦਾ ਗੁਰੂ ਕਾਲ ਵੇਲੇ ਉਹ ਇਸ ਦੇ ਵਿੱਚ ਪ੍ਰੂਫ ਮਿਲਦੇ ਆ ਕਿ ਇਹ ਜੀ ਇੱਕ ਹਿਸਟਰੀ ਸੀ। ਸੋ ਅਸੀਂ ਇਹਨੂੰ ਸਮ ਅਪ ਕਰਦੇ ਹਾਂ ਜੀ। ਸੋ ਸਾਡੇ ਹਿਸਾਬ ਨਾਲ ਇਹਨੂੰ ਸਮ ਅਪ ਕਰੀਏ ਤੇ ਸਿੱਖ ਦੀ ਪਰਿਭਾਸ਼ਾ ਮੇਰੇ ਹਿਸਾਬ ਨਾਲ ਜੋ ਮੈਂ ਸਿੱਖਿਆ ਤੁਹਾਡੇ ਕੋਲੋਂ ਇਹ ਹੈ ਕਿ ਮੰਨਣ ਤੇ ਜ਼ਿਆਦਾ ਖੜੀ ਹੈ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਜਾਂ ਸੁਣੀਏ ਤੇ ਉਸ ਦੀ ਜਿਹੜਾ ਵੀ ਟੀਚਿੰਗਸ ਹੈਗੀਆਂ ਉਹਨਾਂ ਨੂੰ ਮੰਨੀਏ। ਸੋ ਤੁਸੀਂ ਇਹਨੂੰ ਸਮ ਅਪ ਜੀ ਕਿੱਦਾਂ ਕਰੋਗੇ? ਹਾਂ, ਮੈਂ ਅਸਲ 'ਚ ਮੈਂ ਜੋ ਮੈਨੂੰ ਗੁਰੂ ਕੋਲੋਂ ਸਮਝ ਆਇਆ, ਬਾਣੀ ਸਮਝ ਆਇਆ ਤੇ ਮੈਂ ਉਹਦੇ ਆਧਾਰ ਤੇ ਜਿਹੜੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ। ਹਾਂਜੀ ਹਾਂ, ਇਹ ਗੱਲ ਵੱਖਰੀ ਹੈ ਕਿ ਹਰ ਇੱਕ ਆਪਣੇ ਮੁਤਾਬਕ ਸਮਝ ਲੈਂਦਾ ਗੁਰਬਾਣੀ ਵਿੱਚੋਂ, ਉਹਦੀ ਇੰਟਰਪ੍ਰੀਟੇਸ਼ਨ ਕਰਦਾ। ਇਸ ਲਈ ਜੋ ਮੈਨੂੰ ਸਮਝ ਆਈ ਆ ਇਹ ਕਿ ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਦਾ ਜਿਹੜਾ ਇੱਕ ਆਪਣਾ ਸੰਕਲਪ ਆ ਪੰਥ ਵਿੱਚ, ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਜਿਹੜੀ ਸਿੱਖ ਦੀ ਪਰਿਭਾਸ਼ਾ ਉਹ ਖਾਲਸੇ ਪੰਥ ਵੱਲੋਂ ਕੀਤੀ ਹੋਈ ਆ। ਖਾਲਸੇ ਪੰਥ ਦੀ ਪਰਿਭਾਸ਼ਾ ਦਾ ਇੱਕ ਆਪਣਾ ਮਹੱਤਵ ਸੀ, ਉਹਦੇ ਪਿੱਛੇ ਮਨੋਵਿਗਿਆਨਕ ਕਾਰਨ ਸੀ, ਸਮਾਜਿਕ ਕਾਰਨ ਸੀ, ਰਾਜਨੀਤਿਕ ਕਾਰਨ ਸੀ। ਇਸ ਲਈ ਅਸੀਂ ਸਮੁੱਚੇ ਐਸੇ ਵਰਗ ਨੂੰ ਅਸੀਂ ਆਪਣੇ ਕਲਾਵੇ ਵਿੱਚ ਲੈਂਦੇ ਹਾਂ ਜੋ ਸਾਡੇ ਘਰ ਜਨਮਿਆ, ਭਾਵੇਂ ਸਿੱਖ ਵਿੱਚ ਵਿਸ਼ਵਾਸ ਰੱਖਦਾ ਜਾਂ ਨਹੀਂ ਮੰਨਦਾ, ਭਾਵ ਉਹਨੇ ਕਦਰੋਂ ਕਿਉਂ ਦਾ ਮੰਨਦਾ ਜਾਂ ਨਹੀਂ ਮੰਨਦਾ, ਅਸੀਂ ਉਹਨੂੰ ਸਿੱਖ ਹੀ ਮੰਨ ਰਹੇ ਹਾਂ। ਪਰ ਜੇਕਰ ਅਸੀਂ ਸੱਚਮੁੱਚ ਸਿੱਖੀ ਦਾ ਜਿਹੜਾ ਭਵਿੱਖ ਆ ਉਜਲਾ ਵੇਖਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਜੋ ਗੁਰੂ ਵੱਲੋਂ ਦਿੱਤੀ ਹੋਈ ਪਰਿਭਾਸ਼ਾ ਉਹ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਆ। ਤਨ ਦੀ ਰਹਿਤ, ਜਿਹੜੇ ਮਨ ਦੀ ਰਹਿਤ ਦੇ ਨਾਲ ਨਾਲ ਤਨ ਦੀ ਰਹਿਤ ਦੀ ਆਪਣੀ ਮਹੱਤਤਾ, ਪਰ ਸਾਨੂੰ ਜਿਹੜਾ ਜ਼ੋਰ ਆ ਉਹ ਤਨ ਨਾਲੋਂ ਵਧੇਰੇ ਅੱਜ ਮਨ ਉਤੇ ਦੇਣ ਦੀ ਲੋੜ ਆ। ਔਰ ਜਿਨ੍ਹਾਂ ਨੇ ਸੱਚਮੁੱਚ ਮਨ ਦੀ ਰਹਿਤ ਨੂੰ ਅਪਣਾ ਲਿਆ ਉਹ ਦੇਰ ਸਵੇਰ ਤਨ ਦੀ ਰਹਿਤ ਨੂੰ ਵੀ ਧਾਰਨ ਕਰ ਲੈਂਦੇ ਆ, ਕਿਉਂਕਿ ਆਪ ਜਪੈ ਅਵਰੈ ਨਾਮ ਜਪਾਵਾ ਦਾ ਕਨਸੈਪਟ ਆ। ਹਾਂਜੀ, ਇਸ ਲਈ ਸਾਨੂੰ ਦੋਵੇਂ ਗੱਲਾਂ ਜਿਹੜੀਆਂ ਉਹ ਧਿਆਨ ਵੀ ਰੱਖ ਕੇ ਵਿਚਰਨ ਦੀ ਲੋੜ ਆ। ਅਤੇ ਸਿੱਖੀ ਦੀਆਂ ਮੂਲ ਜਿਹੜੀਆਂ ਕਦਰੋਂ ਕੀਮਤਾਂ, ਸਿੱਖ ਦੀ ਅੱਜ ਦੀ ਮੂਲ ਪਰਿਭਾਸ਼ਾ ਉਹੀ ਆ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਸੀ। ਐਸਾ ਨਹੀਂ ਕਿ ਸਮੇਂ ਨਾਲ ਜਿਹੜੀ ਪਰਿਭਾਸ਼ਾ ਬਦਲ ਗਈ ਆ। ਜੇਕਰ ਅਸੀਂ ਇਹ ਧਿਆਨ ਵਿੱਚ ਨਹੀਂ ਰੱਖਾਂਗੇ ਕਿ ਸਿੱਖ ਦੀ ਅੱਜ ਵੀ ਪਰਿਭਾਸ਼ਾ ਉਹੀ ਆ ਜਿਹੜੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ, ਜਿਹੜੀ ਬਾਕੀ ਗੁਰੂ ਸਾਹਿਬਾਨ ਨੇ ਦੇ ਸਮੇਂ ਸੀ, ਅੱਜ ਵੀ ਪਰਿਭਾਸ਼ਾ ਉਹੀ ਆ। ਹਾਂ, ਸਮੇਂ ਨਾਲ ਸਾਡੇ ਵੀ ਕੋਈ ਗੱਲਾਂ ਜੁੜ ਗਈਆਂ ਜਿਹੜੀਆਂ ਕਿ ਉਹਦੀ ਜ਼ਰੂਰਤ ਪੈਂਦੀ ਆ, ਸਮੇਂ ਨਾਲ ਬਹੁਤ ਕੋਈ ਬਦਲਾਅ ਆਉਂਦੇ ਆ ਤਾਂ ਉਹ ਬਦਲਾਅ ਜਿਹੜੇ ਨਾਲ ਨਾਲ ਸ਼ਾਮਲ ਹੋ ਜਾਂਦੇ ਆ। ਪਰ ਤੁਰਾ ਅੱਜ ਵੀ ਸਿੱਖੀ ਦਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜੀਵਨ ਜੁਗਤੀ ਹੀ ਹੈ, ਕੇਵਲ ਨਿਸ਼ਚਾ ਨਹੀਂ ਬਲਕਿ ਅਮਲੀ ਰੂਪ ਵਿੱਚ ਉਹਨੂੰ ਮੰਨ ਕੇ ਤੁਰਨ ਦਾ। ਜੀ ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਇਹ ਵੀਡੀਓ ਇੱਥੇ ਸੰਕੋਚਦੇ ਹਾਂ। ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਇਹਦੇ ਥੱਲੇ ਕਮੈਂਟਸ ਵਿੱਚ ਆਪਣੇ ਕੁਐਸਚਨ ਜ਼ਰੂਰ ਭੇਜਣ। ਕਿਸੇ ਤਰ੍ਹਾਂ ਦਾ ਵੀ ਕੁਐਸਚਨ ਹੋਏਗਾ ਅਸੀਂ ਭਾਈ ਸਾਹਿਬ ਕੋਲੋਂ ਫਿਰ ਤੋਂ ਮਿਲ ਕੇ ਤੇ ਜਵਾਬ ਤੇ ਉਹਦੇ ਦੁਬਾਰਾ ਅਸੀਂ ਹੋਰ ਉਹਦੀ ਕਲੈਰੀਫਿਕੇਸ਼ਨਸ ਜਾਂ ਜੋ ਵੀ ਸਾਡੀ ਸੋਝੀ ਦੇ ਮੁਤਾਬਿਕ ਚੰਗਾ ਵਿਚਾਰ ਆਉਂਦਾ ਅਸੀਂ ਉਹ ਪੇਸ਼ ਕਰਾਂਗੇ। ਸੋ ਇਸ ਨੂੰ ਕਮੈਂਟਸ ਜ਼ਰੂਰ ਦਿਓ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।